ਤੇ ਅੰਮ੍ਰਿਤਸਰ ਐਕਸਪ੍ਰੈਸਵੇ 'ਚ ਕਿਸਾਨਾਂ ਦੀ ਜ਼ਮੀਨ ਅਕਵਾਇਰ ਕਰਨ ਦੇ ਮਾਮਲੇ 'ਚ ਗੜਬੜੀ ਦੇ ਇਲਜ਼ਾਮਾਂ 'ਚ ਘਿਰੇ ਤਤਕਾਲੀਨ ਐਸਡੀਐਮ ਨੇ ਨਿਊਜ਼ 18 ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਉਹ ਅੰਮ੍ਰਿਤਸਰ ਜ਼ਿਲ੍ਹੇ ਦੇ ਕਈ ਕਿਸਾਨਾਂ ਨੂੰ 500 ਕਰੋੜ ਰੁਪਏ ਤੱਕ ਦਾ ਮੁਆਵਜ਼ਾ ਦਵਾ ਚੁੱਕੇ ਨੇ। ਉਹਨਾਂ ਇਲਜ਼ਾਮ ਲਾਇਆ ਕਿ ਕੁਝ ਕਿਸਾਨ ਆਗੂਆਂ ਨੇ ਪ੍ਰਸ਼ਾਸਨ ਤੇ ਦਬਾਅ ਬਣਾਇਆ ਤੇ 5 ਪਿੰਡਾਂ ਦੀ ਜ਼ਮੀਨ ਦਾ ਵਿਵਾਦ ਪੈਦਾ ਕੀਤਾ ਗਿਆ ਹੈ, ਜਦਕਿ ਉਹਨਾਂ ਨੇ ਕਿਸੇ ਵੀ ਜ਼ਮੀਨ ਨੂੰ ਗਲਤ ਢੰਗ ਨਾਲ ਪਾਸ ਨਹੀਂ ਕੀਤਾ। ਉਹਨਾਂ ਕਿਹਾ ਕਿ ਉਹ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਨੇ। ਕੁਝ ਲੋਕਾਂ ਨੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। कटरा जम्मू हाईवे ਦੀ ਜਾਂਚ ਜਿਹੜਾ ਡੀਸੀ ਅੰਮ੍ਰਿਤਸਰ ਕਰ ਰਹੇ ਸੀ, ਉਹਨਾਂ ਰਿਪੋਰਟ ਫਾਈਨਲ ਕਰਕੇ ਪੰਜਾਬ ਸਰਕਾਰ ਨੂੰ ਭੇਜਤੀ ਆ। ਉਹ 'ਚ ਉਹਨਾਂ ਨੇ ਐਸਡੀਐਮ ਦਾ ਬਾਈ ਨੇਮ ਨਾਲ ਲਿਖ ਕੇ ਉਹਨਾਂ ਨੂੰ ਦੋਸ਼ੀ ਕਰਾਰ ਕਰਤਾ ਵੀ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ। ਅਰਜੇਸ਼ ਸ਼ਰਮਾ ਜੀ, ਅਰਜੇਸ਼ ਸ਼ਰਮਾ ਦਾ ਬਾਈ ਨੇਮ ਨਾ ਕਰ ਦਿੱਤਾ ਗਿਆ ਰਿਪੋਰਟਾਂ 'ਚ ਤੇ ਸਰਕਾਰ ਨੂੰ ਭੇਜਿਆ ਵੀ ਇੱਥੇ ਕਾਰਵਾਈ ਕੀਤੀ ਜਾਵੇ। ਪਰ ਸਰਕਾਰ ਜਿਹੜੀ ਆ ਉਹ ਇੰਨੇ ਦਿਨਾਂ ਤੋਂ ਰਿਪੋਰਟਾਂ 'ਚ ਅੱਜ ਤੱਕ ਉੱਥੇ ਕੋਈ ਜਾਂਚ ਖੁੱਲ੍ਹ ਨਹੀਂ ਰਹੀ। ਸਾਨੂੰ ਐਂ ਲੱਗਦਾ ਲੋਕਾਂ 'ਚ ਐਂ ਧਾਰਨਾ ਬਣ ਗਈ ਵੀ ਰਾਘਵ ਚੱਡਾ ਜਿਹੜਾ ਇਹ ਐਸਡੀਐਮ ਸ਼ਰਮੇ ਨੂੰ ਬਚਾ ਰਿਹਾ। ਰਾਘਵ ਚੱਡੇ ਦੀਆਂ 2 ਵਾਰੀ ਮੀਟਿੰਗਾਂ ਐਸਡੀਐਮ ਸ਼ਰਮੇ ਸਾਹਿਬ ਨਾਲ ਵੀ ਹੋ ਚੁੱਕੀਆਂ ਨੇ। ਇਸ ਦੇ ਵਿੱਚ ਮੇਰੇ ਟਾਈਮ ਦੇ ਵਿੱਚ ਮੈਂ ਘੱਟ ਤੋਂ ਘੱਟ ਉੱਥੇ ਮੇਰੇ ਖਿਆਲ 450 ਕਰੋੜ ਪੇਮੈਂਟ ਕੀਤੀ ਹੈ ਔਰ ਸਿਰਫ ਆ 5-7 ਕਰੋੜ ਦਾ ਰੌਲਾ ਪਿਆ। ਹੋਰ ਕਿਸੇ ਕਿਸਾਨ ਨੇ ਕੋਈ ਨਹੀਂ। ਕਿਸਾਨ ਬਹੁਤ ਹੀ ਖੁਸ਼ ਸੀਗੇ। ਰਾਦਰ ਹੁਣ ਵੀ ਮੈਨੂੰ ਪਤਾ ਲੱਗ ਰਿਹਾ ਕਿ ਹੁਣ ਪੇਮੈਂਟ ਬਹੁਤ ਘੱਟ ਹੋ ਰਹੀ ਹੈ। ਜਿਹੜੇ ਐਲੀਗੇਸ਼ਨ ਲੱਗ ਰਹੇ ਆ, ਜਿਸ ਤਰ੍ਹਾਂ ਪਹਿਲੇ ਐਲੀਗੇਸ਼ਨ ਇਹਨਾਂ ਨੇ ਲਗਾਤਾ ਕਿ ਜਿਹੜੀ ਪੰਡੋਰੀ ਵੜੈਚ ਪਿੰਡ ਹੈ ਉੱਥੇ ਜਿਹੜੀ ਐਗਰੀਕਲਚਰ ਵਾਲੀ ਜ਼ਮੀਨ ਹੈ ਉਸ ਨੂੰ ਕਮਰਸ਼ੀਅਲ ਕਰਕੇ ਤੇ ਇੱਕ ਉੱਥੇ ਤਰਲੋਕ ਸਿੰਘ ਹੈ ਉਹਨਾਂ ਨੂੰ ਸਾਰੇ ਪੈਸੇ ਪਾ ਦਿੱਤੇ ਗਏ। ਉਹਦੇ ਬਾਰੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਇਹ ਜਿਹੜੀ ਅਵਾਰਡ ਹੈ ਇਹ ਮੇਰੇ ਉੱਥੇ ਜੁਆਇਨ ਕਰਨ ਤੋਂ ਪਹਿਲੇ ਦਾ ਪਾਸ ਹੋਇਆ ਔਰ ਮੇਰੇ ਤੋਂ ਪਹਿਲੇ ਜਿਹੜੇ ਅਫਸਰ ਸੀਗੇ ਉਹਨਾਂ ਨੇ ਸਾਰਾ ਇਹ ਅਵਾਰਡ ਬਣਾਇਆ ਵੀ ਕੀ ਰਕਬਾ ਐਗਰੀਕਲਚਰ ਹੈ, ਰੈਜ਼ੀਡੈਂਸ਼ੀਅਲ ਹੈ, ਕਮਰਸ਼ੀਅਲ ਹੈ। ਉਹਨਾਂ ਨੇ ਇਹ ਫੈਸਲਾ ਕੀਤਾ ਸੀ ਔਰ ਮੌਕੇ 'ਤੇ ਜਦੋਂ ਇਹ ਦੇਖਿਆ ਗਿਆ ਵਾਕਿਆ ਹੀ ਉੱਥੇ ਗੈਰ ਮੁਮਕਿਨ ਸੀਗਾ ਰਕਬਾ, ਉੱਥੇ ਹਵੇਲੀ ਬਣੀ ਹੋਈ ਸੀ। तो ये बिल्कुल गलत है जड़ा कहीं एलीगेशन के 1 करोड़ ਦਾ ਤੇ ਗੰਨੇ ਦੀ ਫਸਲ ਬਰਬਾਦ ਕਰਨ ਵਾਲੇ ਕੀੜਿਆਂ ਦੀ ਹੁਣ ਖੈਰ ਨਹੀਂ। ਹਰਿਆਣਾ ਦੇ ਕਿਸਾਨਾਂ ਨੇ ਇੱਕ ਨਵੀਂ ਵਿਧੀ ਅਪਣਾਈ ਹੈ ਜਿਸ ਨਾਲ ਕੀੜੇ ਖੁਦ ਬ ਖੁਦ ਖਤਮ ਹੋ ਰਹੇ ਨੇ ਤੇ ਵੱਡੀ ਗੱਲ ਇਹ ਵੀ ਹੈ ਕਿ ਇਸ 'ਚ ਕਿਸੇ ਵੀ ਕੀਟਨਾਸ਼ਕ ਦੀ ਵਰਤੋਂ ਨਹੀਂ ਕੀਤੀ ਜਾਂਦੀ। हरियाणा, यूपी ते पंजाब विच वड्डे पद्धर ते गन्ने दी काश्त कीती जांदी है, पर गन्ने नूं लगण वाला कीड़ा किसानां लई वड्डी सरदर्दी बणिया होया है। हुण किसानां ने इस दा हल लभ्या ते नवीं तकनीक फेरोमोन ट्रैप दी वरतों कीती जा रही है। इस ट्रैप दे नाल कीड़ियां नूं बिना कीटनाशकां ते मारिया जा रहा है। फेरोमोन ट्रैप वल कीड़े खुद ब खुद आकर्षित हुंदे ने ते इस लई महंगियां दवाइयां दी भी लोड़ नहीं। जितने मर्जी स्प्रे कर लो, स्प्रे का कितने महंगी से दवाई कर लो, स्प्रे का असर 15 दिन मैक्सिमम, 15 से 20 दिन, इससे ज़्यादा कोई असर नहीं रहता। और ये तितली कंट्रोल करने का एक ही सॉल्यूशन है, सबसे बेस्ट सॉल्यूशन है ट्रैप लगाओ। और ट्रैप लगाएंगे तो इससे ना धीरे धीरे करके एरिया की भी तितली कंट्रोल हो जाएगी। उधर करनाल विच खेती विज्ञानी सरदार सिंह दा कहना है कि फेरोमोन एक रसायन हुंदा है जिस नूं मादा तितलियां नर तितलियां नूं आकर्षित करन दे लई छड्डदियां ने, जबकि फेरोमोन ट्रैप दे विच इस रसायन दी खुशबू वाला एक कैप्सूल लाया जांदा है। ट्रैप लाण दे लई एक डंडे ते प्लास्टिक दा बर्तन लाया जांदा है। इस विच पानी अते तेल दा घोल पा दित्ता जांदा है ते बर्तन दे उत्ते फेरोमोन दा कैप्सूल ला दित्ता जांदा है। इस कैप्सूल दे वल नर कीट आकर्षित हुंदे ने ते तेल अते पानी दे मिक्सचर विच डिग के मर जांदे ने, जिस करके नर कीट दे मरण दे नाल प्रजनन दी क्रिया भी रुक जाती है। किसानों के लिए एक ही सलाह है कि बिना ट्रैप्स के उनकी गन्ने की खेती संभव नहीं है। मैं किसान उनको नहीं मानता जो कम से कम अपने खेत पे एक बार चक्कर नहीं लगाता है और लगाने पे उसको पता चल जाएगा कि मेरी फसल में कौन सा पौधा मेरा बीमार है। उससे अगर रोजाना जा रहे हैं तो हमें पता रहेगा कि हमारी बीमारी कौन सी आ रही है फसल में और तुरंत उसका समाधान हो जाएगा। खेती माहिरां दे मुताबिक इस यंत्र नूं फसल विच अजिही थां ते लाया जावे जिथे कीड़ियां नूं वड्डी गिणती विच खत्म कीता जा सके, जबकि किसान ट्रैप लाउण तो पहलां हत्थां नूं साबण दे नाल चंगी तरह धोण, हत्थां ते तंबाकू ਜਾਂ फिर दूजे रसायन नहीं लगे होने चाहिए ते ट्रैप फसल दे 25 ਤੋਂ 30 दिन दे होण दे बाद ही लाया जाना चाहिए। करनाल तो अमित भटनागर की रिपोर्ट, न्यूज़ 18 पंजाब।